Good morning, students. Myself is Simrandeep Singh, and I'm working as a mathematics teacher in Government Smart High School, Nankala, District Patiala. So, बेटा ਅਸੀਂ ਅੱਜ ਕਰਾਂਗੇ ਕਲਾਸ 9th ਦਾ ਚੈਪਟਰ ਨੰਬਰ 10th ਜਿਸ ਦਾ ਨਾਮ ਹੈ ਚੱਕਰ। ਇਸ ਦੇ ਵਿੱਚ ਅਸੀਂ ਅੱਜ 10.5 ਐਕਸਰਸਾਈਜ਼ ਦੀਆਂ ਐਗਜ਼ਾਮਪਲਸ ਕਰਾਂਗੇ। ਸੋ ਇਸ ਤੋਂ ਪਹਿਲਾਂ ਕਿ ਅਸੀਂ ਐਗਜ਼ਾਮਪਲ ਸੇ ਪਹੁੰਚੀਏ, ਅਸੀਂ ਪਿੱਛੇ ਜੇ ਲਾਸਟ ਲੈਸਨ ਦੇ ਵਿੱਚ ਕੁਝ ਥਿਊਰਮਸ ਕਰਕੇ ਆਏ ਹਾਂ। ਅਸੀਂ ਇੱਕ ਛੋਟੀ ਜਿਹੀ ਰਿਵਿਊ ਲੈ ਲਈ ਉਹਨਾਂ ਥਿਊਰਮਸ ਦਾ ਕਿ ਉਹਨਾਂ ਨੂੰ ਅਸੀਂ ਅਪਲਾਈ ਕਰਕੇ ਇਹਨਾਂ ਕੁਐਸਚਨ ਦੇ ਵਿੱਚ ਐਂਗਲਸ ਦੀਆਂ ਵੈਲਿਊਜ਼ ਫਾਈਂਡ ਕਰਨੀ ਹੈ। ਤਾਂ ਜੋ ਅਸੀਂ ਪੜ੍ਹਿਆ ਹੈ, ਮੈਂ ਫਸਟ ਪਹਿਲੇ 2-3 ਮਿੰਟ ਦੇ ਵਿੱਚ ਤੁਹਾਨੂੰ ਉਹਦੇ ਬਾਰੇ ਇੱਕ ਵਾਰ ਰਿਵੀਜ਼ਨ ਕਰਵਾ ਦੇਣਾ। 4 ਚੀਜ਼ਾਂ ਅਸੀਂ ਪੜ੍ਹੀਆਂ ਸਰਕਲ ਦੇ ਬਾਰੇ। ਪਹਿਲੀ ਜੋ ਚੀਜ਼ ਅਸੀਂ ਪੜ੍ਹੀ ਸੀ ਉਹ ਇਹ ਸੀ ਕਿ ਸਪੋਜ਼ ਇੱਕ ਚੱਕਰ ਹੈ ਅਤੇ AB ਇੱਕ ਜੀਵਾ ਹੈ। AB ਇਸ ਦੀ ਇੱਕ ਜੀਵਾ ਹੈ, ਜਾਂ ਆਪਾਂ ਇਸ ਨੂੰ ਕਹਿ ਸਕਦੇ AB, ਇਸ ਨੂੰ AB ਇੱਕ ਆਰਕ ਹੈ ਜਾਂ ਚਾਪ ਹੈ। ਤਾਂ AB ਦੁਆਰਾ ਕਿਸੇ ਵੀ ਚਾਪ ਦੁਆਰਾ ਕੇਂਦਰ ਤੇ, ਉਹ ਇਸ ਦਾ ਕੇਂਦਰ ਹੈ, ਕੇਂਦਰ ਤੇ ਬਣਾਇਆ ਕੋਣ, ਕੇਂਦਰ ਤੇ ਬਣਾਇਆ ਕੋਣ, ਕਿਸੇ ਵੀ ਚਾਪ ਦੁਆਰਾ ਕੇਂਦਰ ਤੇ ਬਣਾਇਆ ਕੋਣ ਚੱਕਰ ਦੇ ਬਾਕੀ ਹਿੱਸੇ ਦੇ ਕਿਸੇ ਬਿੰਦੂ ਤੇ, ਕਿਸੇ ਵੀ ਬਿੰਦੂ ਤੇ, ਭਾਵੇਂ ਇੱਥੇ ਲੈ ਲਓ, ਭਾਵੇਂ ਇੱਥੇ ਲੈ ਲਓ, ਭਾਵੇਂ ਇੱਥੇ ਲੈ ਲਓ, ਕਿਸੇ ਵੀ ਬਿੰਦੂ ਤੇ ਬਣਾਏ ਕੋਣ ਤੋਂ ਦੁੱਗਣਾ ਹੁੰਦਾ ਹੈ। ਸੋ ਸਪੋਜ਼ ਬਾਹਰਲਾ ਕੋਣ 30 ਹੈ ਤਾਂ ਅੰਦਰਲਾ ਕੋਣ ਕਿੰਨਾ ਹੋ ਜਾਏਗਾ 60, ਕਿਉਂਕਿ AB ਆਰਕ ਹੈ। ਇਹਨੇ ਐਂਗਲ ACB ਬਣਾਇਆ ਹੈ 30 ਡਿਗਰੀ ਦਾ ਬਾਹਰਲੇ ਪਾਸੇ, ਤਾਂ ਸੈਂਟਰ ਤੇ ਉਸ ਤੋਂ ਦੁੱਗਣਾ ਬਣਾਏਗਾ। ਇਸ ਨੂੰ ਮੈਂ ਵਾਈਸ ਵਰਸਾ ਵੀ ਕਹਿ ਸਕਦਾ, ਜੇਕਰ ਇੱਥੇ 60 ਬਣਾਇਆ ਤਾਂ ਬਾਹਰ ਕਿੰਨਾ ਰਹਿ ਜਾਏਗਾ, ਇਸ ਤੋਂ ਹਾਫ ਰਹਿ ਜਾਏਗਾ, 30 ਡਿਗਰੀ ਰਹਿ ਜਾਏਗਾ। ਸੋ ਇੱਕ ਚੀਜ਼ ਅਸੀਂ ਇਹ ਪੜ੍ਹੀ ਸੀ। ਸੈਕਿੰਡ ਜਿਹੜੀ ਚੀਜ਼ ਅਸੀਂ ਪੜ੍ਹੀ ਹੋਈ ਹੈ ਉਹ ਇਹ ਹੈ ਕਿ ਕਿਸੇ ਵੀ ਚੱਕਰ ਦੇ ਵਿੱਚ ਜੇਕਰ ਉਸ ਦਾ ਕੇਂਦਰ ਹੈ ਔਰ ਇਹ ਕੀ ਹੈ ਡਾਇਆਮੀਟਰ, ਇਹਨੂੰ ਅਸੀਂ ਕਹਿੰਦੇ ਆ ਵਿਆਸ। ਤਾਂ ਵਿਆਸ ਜਿਹੜਾ ਹੈ ਚੱਕਰ ਦੇ ਅੱਧੇ ਪਾਸੇ ਚ, ਮਤਲਬ ਅਰਧ ਚੱਕਰ ਦੇ ਵਿੱਚ ਜਿਹੜਾ ਵੀ ਕੋਣ ਬਣਾਏਗਾ ਉਹ 90 ਡਿਗਰੀ ਹੁੰਦਾ ਹੈ, ABC। ਤਾਂ ਐਂਗਲ ACB ਕੀ ਹੈ 90 ਡਿਗਰੀ। ਅਸੀਂ ਇਹ ਚੀਜ਼ ਪੜ੍ਹੀ ਹੋਈ ਹੈ, ਇਸ ਨੂੰ ਅਸੀਂ ਕਹਿੰਦੇ ਆ ਅਰਧ ਵਿਆਸ, ਅਰਧ ਚੱਕਰ ਦਾ ਜਿਹੜਾ ਕੋਣ ਹੁੰਦਾ ਹੈ ਉਹ ਕੀ ਹੁੰਦਾ ਹੈ, ਸਮਕੋਣ ਹੁੰਦਾ ਹੈ। ਥਰਡ ਥਿੰਗ ਜੋ ਅਸੀਂ ਚੱਕਰ ਬਾਰੇ ਪੜ੍ਹੀ ਹੈ ਉਹ ਕੁਝ ਇਸ ਤਰ੍ਹਾਂ ਦੀ ਹੈ ਕਿ ਸਪੋਜ਼ AB ਇੱਕ ਜੀਵਾ ਹੈ ਔਰ AB ਨੂੰ ਅਸੀਂ ਇਸ ਤਰ੍ਹਾਂ ਪੜ੍ਹਾਂਗੇ ਤਾਂ AB ਇੱਕ ਆਰਕ ਹੈ। ਤਾਂ ਇਹ ਉੱਪਰ ਵਾਲਾ ਜਿਹੜਾ ਵੱਡਾ ਚੱਕਰੀ ਖੰਡ ਹੈ, ਇਸ ਦੇ ਵਿੱਚ ਸਪੋਜ਼ ਇਸਨੇ 2 ਕੋਣ ਬਣਾਏ, ਤਾਂ ਜਿੰਨਾ ਕੋਣ ਐਂਗਲ ACB ਹੋਏਗਾ ਉਨੇ ਹੀ ਡਿਗਰੀ ਐਂਗਲ ADB ਹੋਏਗਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇੱਕੋ ਹੀ ਚੱਕਰੀ ਖੰਡ ਦੇ ਜਿਹੜੇ ਕੋਣ ਹੁੰਦੇ ਨੇ ਉਹ ਕੀ ਹੁੰਦੇ ਨੇ, ਬਰਾਬਰ ਹੁੰਦੇ ਹਨ। ਮਤਲਬ ਜੇਕਰ ਇਹ 40 ਡਿਗਰੀ ਹੈ ਤਾਂ ਆਹ ਐਂਗਲ ਵੀ ਕਿੰਨਾ ਹੋਏਗਾ, 40 ਡਿਗਰੀ ਹੋਏਗਾ। ਇਸ ਚੱਕਰੀ ਖੰਡ ਦੇ ਵਿੱਚ AB ਆਰਕ ਜਿੱਥੇ ਮਰਜੀ ਐਂਗਲ ਬਣਾਵੇ ਉਹ 40 ਡਿਗਰੀ ਦਾ ਹੀ ਬਣੇਗਾ। ਐਂਡ ਫੋਰਥ ਥਿੰਗ ਜਿਹੜੀ ਅਸੀਂ ਪੜ੍ਹੀ ਸੀ ਉਹ ਇਹ ਹੈ ਕਿ ਜੇਕਰ ਕੋਈ ਚੱਕਰੀ ਚਤੁਰਭੁਜ ਹੈ, ਮਤਲਬ ਚੱਕਰ ਦੇ ਵਿੱਚ ਕੋਈ ਚਤੁਰਭੁਜ ਹੈ, ਸਪੋਜ਼ ABCD ਇੱਕ ਚਤੁਰਭੁਜ ਹੈ ਜੋ ਕਿ ਇੱਕ ਚੱਕਰ ਦੇ ਵਿੱਚ ਹੈ, ਤਾਂ ਇਸ ਦੇ ਸਨਮੁਖ ਕੋਣਾਂ ਦਾ ਜੋੜ ਬਰਾਬਰ ਹੁੰਦਾ ਹੈ 180 ਡਿਗਰੀ। ਸਨਮੁਖ ਕੋਣ ਕਿਹੜੇ ਹੁੰਦੇ ਨੇ, ਜਿਹੜੇ ਆਪੋਜ਼ਿਟ ਕੋਣਸ ਹੁੰਦੇ ਆ। ਤਾਂ ਮੈਂ ਕਹਿ ਸਕਦਾ ਐਂਗਲ A ਪਲਸ ਐਂਗਲ C ਇਹਨਾਂ ਦਾ ਜੋੜ ਬਰਾਬਰ ਆਏਗਾ 180 ਡਿਗਰੀ। ਐਵੇਂ ਹੀ ਐਂਗਲ B ਪਲਸ ਐਂਗਲ D ਦਾ ਜੋੜ ਬਰਾਬਰ ਆਏਗਾ 180 ਡਿਗਰੀ। ਸੋ ਇਹਨਾਂ ਚੀਜ਼ਾਂ ਨੂੰ ਸਟੱਡੀ ਕਰਦੇ ਹੋਏ ਅਸੀਂ ਇਹ ਚੀਜ਼ਾਂ ਅਪਲਾਈ ਕਰਾਂਗੇ ਸਾਡੀਆਂ ਐਗਜ਼ਾਮਪਲਸ ਦੇ ਉੱਪਰ ਔਰ ਅਸੀਂ ਐਂਗਲਸ ਲੱਭਣ ਦੀ ਕੋਸ਼ਿਸ਼ ਕਰਾਂਗੇ। ਸੋ ਕੁਐਸਚਨ ਨੰਬਰ 1 ਹੈ ਅੱਜ ਦੀ ਆਪਾਂ ਐਗਜ਼ਾਮਪਲ ਨੰਬਰ ਜਿਹੜੀ ਪਹਿਲੀ ਕਰਨੀ ਹੈ। ਸਟੇਟਮੈਂਟ ਪਹਿਲਾਂ ਮੈਂ ਲਿਖਣ ਲੱਗਿਆ, ਆਪਾਂ ਨੂੰ ਚਿੱਤਰ ਦਿੱਤਾ ਹੋਇਆ, ਤਾਂ ਚਿੱਤਰ ਵਿੱਚ AB ਚੱਕਰ ਦਾ ਇੱਕ ਵਿਆਸ ਦਿੱਤਾ ਕੀ ਹੋਇਆ ਆਪਾਂ ਨੂੰ, ਚਿੱਤਰ ਵਿੱਚ AB ਚੱਕਰ ਦਾ ਇੱਕ ਵਿਆਸ ਅਤੇ CD ਅਰਧ ਵਿਆਸ ਦੇ ਬਰਾਬਰ ਇੱਕ ਜੀਵਾ ਹੈ ਅਤੇ CD ਅਰਧ ਵਿਆਸ
ਦੇ ਬਰਾਬਰ ਇੱਕ ਜੀਵਾ ਹੈ। मैं नाल पहला इत्थे फिगर ड्रॉ कर लेना सो दैट सानू समझना आसान हो जाए। ये सानू एक चक्कर दिता हुआ है, इस दे विच ए बी व्यास है, इसका केंद्र है ओ, ए बी व्यास है। चित्र विच सानू की दिता हुआ है, इसका केंद्र है ओ, देन सी डी इत्थे दिता हुआ आपां नूं सी डी। सी डी की है? सी डी अर्ध व्यास है, अर्ध व्यास दे बराबर एक जीवा है। बेसिकली सी डी एक जीवा है जो कि अर्ध व्यास की है ओबी दे बराबर है। सी डी की वैल्यू जो है ओबी दे बराबर है। उस तो बाद उन्हें की दिता हुआ सानू एसी अते बीडी वधाउण ते एक बिंदु ई ते मिलदियां हन। एसी अते ईडी ਵਧਾਉਣ ਤੇ ਇੱਕ ਬਿੰਦੂ E ਤੇ ਮਿਲਦੀਆਂ ਹਨ। ਜੇਕਰ मैं AC ਨੂੰ A ਨੂੰ C ਨਾਲ ਮੈਚ ਕਰਤਾ और ਇਸ ਨੂੰ ਵਧਾਤਾ और B ਨੂੰ B ਨਾਲ ਮੈਚ ਕਰਤਾ और ਇਸ ਨੂੰ ਵਧਾਤਾ ਤਾਂ ਜਿਸ ਬਿੰਦੂ ਤੇ ਜਾ ਕੇ ਮਿਲਦੀਆਂ ਹਨ ਉਸ ਦਾ ਨਾਮ ਹੈ E। AC ਅਤੇ BD ਨੂੰ ਵਧਾਉਣ ਤੇ ਇੱਕ ਬਿੰਦੂ E ਤੇ ਮਿਲਦੀਆਂ ਹਨ। सिद्ध करो एंगल AEB बराबर है 60 डिग्री। आपा की सिद्ध करना है एंगल AEB, आ वाला एंगल असी सिद्ध करना है कितना 60 डिग्री। तो सिद्ध करो एंगल AEB बराबर है 60 डिग्री। तो हुण आपां इसदा सॉल्यूशन करते हैं। स्टेटमेंट तुहानूं समझ आ गई, आपां फिगर दे नाल मैच करती। असी की करते हैं OC नूं अपने कोलों O ਤੇ C ਨੂੰ O ਅਤੇ D ਨੂੰ ਜੇਕਰ ਮੈਂ OC ਨੂੰ ਅਤੇ OD ਨੂੰ ਮਿਲਾ ਦਿੰਨਾ ਤਾਂ ਕੀ ਬਣਦਾ ਔਰ ਇੱਕ ਅਸੀਂ C ਅਤੇ D ਨੂੰ ਵੀ ਮਿਲਾ ਦਿੰਦੇ ਹਾਂ। ਇਹ ਪੁਆਇੰਟਸ ਨੂੰ ਅਸੀਂ ਆਪਣੇ ਕੋਲੋਂ ਮਿਲਾ ਦਿੰਦੇ ਹਾਂ। ਸੈਂਟਰ ਦੇ ਨਾਲ D ਨੂੰ ਮਿਲਾਤਾ, ਸੈਂਟਰ ਨਾਲ C ਨੂੰ ਮਿਲਾਤਾ ਔਰ C ਤੇ B ਨੂੰ ਮਿਲਾਤਾ। ਹੁਣ ਇਹਦੇ ਨਾਲ ਅਸੀਂ ਕੀ ਕਰਾਂਗੇ ਦੇਖੋ CD की है एक दिता हुआ अपन CD अर्ध व्यास दे बराबर है, CD अर्ध व्यास दे बराबर है। अच्छा O एक सेंटर है, सेंटर तो D तक मतलब आ एक सर्कमफ्रेंस दे एक पॉइंट है D, ता OD की बन गया एक अर्ध व्यास बन गया। एवें ही OC की बन गया अर्ध व्यास बन गया। ता जेकर आपां त्रिभुज OCD विच देखिए OD अर्ध व्यास है, OC भी अर्ध व्यास है ते CD अर्ध व्यास के बराबर है। तो तिना की वैल्यू जो है वो बराबर होगी। इट मींस ये तीनों एंगल आ वाला एंगल, ए वाला एंगल और ए वाला एंगल ये बराबर होंगे। रीजन ये एक समभुजी त्रिभुज बन गई जिस दे विच तीनों कोण जिहड़े हुंदे हैं बराबर हुंदे ने और 60 डिग्री दे बराबर हुंदे ने। तो मैं लिख सकदा पहला आपां लिखते हैं OC CB अते OD नूं मिलाओ। OC CB ਅਤੇ OD ਨੂੰ ਮਿਲਾਓ। ਹੁਣ ਜਦੋਂ ਅਸੀਂ ਇਸ ਨੂੰ ਮਿਲਾਤਾ ਤਾਂ ਅਸੀਂ ਕੀ ਲਿਖਾਂਗੇ ਟ੍ਰਾਇੰਗਲ OCD ਵਿੱਚ त्रिभुज OCD ਵਿੱਚ ਆਪਾਂ ਲਿਖ ਸਕਦੇ ਹਾਂ OC बराबर है OD बराबर है CD। किवें आया ये क्योंकि ਆਪਾਂ ਨੂੰ ਦਿੱਤਾ ਹੋਇਆ CD अर्ध व्यास ਦੇ ਬਰਾਬਰ, ਇਹ ਦੋਨੋਂ ਕੀ ਨੇ अर्ध व्यास है। तो इट मीन्स देयरफॉर ट्रायंगल OCD एक समभुजी त्रिभुज है। एक समभुजी त्रिभुज है। जेकर यह एक समभुजी त्रिभुज है तो देयरफॉर आप लिख सकते हैं इस करके एंगल COD केंद्र वाला जो एंगल है एंगल COD बराबर होएगा कितना 60 डिग्री। आ वाला एंगल साडे कोले आ गया 60 डिग्री के बराबर। तो मैं इत्थे लिख सकता 60 डिग्री। तो एंगल COD बराबर 60 डिग्री कारण समभुजी त्रिभुज विच हरेक कोण 60 डिग्री के बराबर हुंदा है।
ਹੁਣ ਦੇਖਿਆ ਜਾਵੇ ਤਾਂ CD ਇੱਕ ਆਰਕ ਹੈ, CD ਇੱਕ ਚਾਪ ਹੈ ਜੋ ਸੈਂਟਰ ਤੇ ਐਂਗਲ COD ਬਣਾ ਰਹੀ ਹੈ। ਕਿੰਨੇ ਡਿਗਰੀ ਦਾ? 60 ਡਿਗਰੀ। ਔਰ CD ਹੀ ਇੱਕ ਆਰਕ ਹੈ ਜਿਹੜੀ ਐਂਗਲ CBD ਵੀ ਬਣਾ ਰਹੀ ਹੈ। ਜਿੰਨਾ ਕੇਂਦਰ ਤੇ ਬਣਾਏਗੀ, ਜਿੰਨਾ ਕੇਂਦਰ ਤੇ ਬਣਾਏਗੀ, ਬਾਹਰਲੇ ਹਿੱਸੇ ਤੇ ਉਸ ਤੋਂ ਕਿੰਨਾ ਬਣਾਏਗੀ? ਹਾਫ ਬਣਾਏਗੀ। ਆਪਾਂ ਕਰਕੇ ਆਏ ਨਾ, ਜਿੰਨਾ ਕੇਂਦਰ ਤੇ ਬਣਾਏਗੀ, ਬਾਹਰਲੇ ਹਿੱਸੇ ਤੇ ਕਿਸੇ ਹੋਰ ਬਿੰਦੂ ਤੇ ਉਸ ਤੋਂ ਹਾਫ ਬਣਾਏਗੀ। ਤਾਂ CD ਇੱਕ ਆਰਕ ਹੈ ਜਿਹੜੀ ਕੇਂਦਰ ਤੇ 60 ਡਿਗਰੀ ਬਣਾ ਰਹੀ ਹੈ, ਤਾਂ ਇੱਥੇ ਕਿੰਨਾ ਬਣਾਏਗੀ? 30 ਡਿਗਰੀ ਬਣਾਏਗੀ। ਤਾਂ ਆਪਾਂ ਲਿਖ ਸਕਦੇ ਹਾਂ therefore ਐਂਗਲ CBD ਕਿੰਨਾ ਹੋ ਜਾਏਗਾ? ਹਾਫ ਆਫ ਐਂਗਲ COD। ਕਾਰਨ ਇਹਦੇ ਪਿੱਛੇ ਰੀਜ਼ਨ ਕੀ ਹੈ ਜੋ ਅਸੀਂ ਉੱਥੇ ਕਰਕੇ ਆਏ ਆ? ਇੱਕ ਚਾਪ ਦੁਆਰਾ ਕੇਂਦਰ ਤੇ ਬਣਾਇਆ ਕੋਣ ਚੱਕਰ ਦੇ ਬਾਕੀ ਹਿੱਸੇ ਦੇ ਕਿਸੇ ਬਿੰਦੂ ਤੇ ਬਣਾਏ ਕੋਣ ਤੋਂ ਦੁੱਗਣਾ ਹੁੰਦਾ ਹੈ। ਤਾਂ ਐਂਗਲ CBD ਕਿੰਨਾ ਰਹਿ ਗਿਆ? ਇਹ 60 ਸੀ, ਇਹ ਇਸ ਦਾ ਕੀ ਰਹਿ ਜਾਏਗਾ? ਹਾਫ ਰਹਿ ਜਾਏਗਾ। ਤਾਂ ਐਂਗਲ CBD ਕੀ ਹੈ? ਹਾਫ ਆਫ ਐਂਗਲ COD। ਐਂਗਲ COD ਸਾਡੇ ਕੋਲ ਆਇਆ ਸੀ 60 ਡਿਗਰੀ, ਤਾਂ ਇਹ ਆ ਗਿਆ 30 ਡਿਗਰੀ। ਤਾਂ ਆਪਾਂ ਲਿਖ ਸਕਦੇ ਹਾਂ ਐਂਗਲ CBD ਬਰਾਬਰ ਹੈ 30 ਡਿਗਰੀ। ਹੁਣ ਤੱਕ ਅਸੀਂ ਕੀ ਫਾਈਂਡ ਕੀਤਾ ਹੈ? ਇਸ ਨੂੰ ਇਕੁਇਲੇਟਰਲ ਟ੍ਰਾਇੰਗਲ ਬਣਾ ਕੇ 60 ਡਿਗਰੀ ਪ੍ਰੂਵ ਕਰਤਾ, ਔਰ ਇਸ 60 ਡਿਗਰੀ ਤੋਂ ਅਸੀਂ ਕੀ ਪ੍ਰੂਵ ਕਰਤਾ? ਇਹ ਕੀ ਹੈ? 30 ਡਿਗਰੀ। ਐਂਗਲ CBD ਅਸੀਂ 30 ਡਿਗਰੀ ਪ੍ਰੂਵ ਕਰਤਾ। ਦੋ ਚੀਜ਼ਾਂ ਪ੍ਰੂਵ ਕਰਤੇ। ਇਸ ਤੋਂ ਨੈਕਸਟ ਅਸੀਂ ਕਰਦੇ ਹਾਂ, ਇਹ ਸਾਰਾ ਕੁਝ ਰਬ ਕਰ ਦਿੰਦੇ ਹਾਂ। ਮੈਂ ਸਿਰਫ ਇੱਕ ਚੀਜ਼ ਇੱਥੇ ਲਿਖ ਲੈਣਾ ਕਿ ਐਂਗਲ CBD ਜੋ ਹੈ ਉਹ ਹੈ 30 ਡਿਗਰੀ। ਇਸ ਨੂੰ ਅਸੀਂ ਕੰਮ ਦੇ ਵਿੱਚ ਲਵਾਂਗੇ। एंगल CBD बराबर है 30 डिग्री। तो आप लिखांगे AB व्यास द्वारा अर्ध चक्कर च एंगल ACB बनाया गया है। therefore एंगल ACB कितना होता है? 90 डिग्री बन जाएगा। ACB कितना बन जाएगा? 90 डिग्री। दिस एंगल ACB 90 डिग्री। क्यों? कारण की है अर्ध चक्कर आप करके आए ना, ये चीज ਅਸੀਂ करके आए हैं कि अर्ध चक्कर ਦਾ ਕੋਣ ਸਮਕੋਣ ਹੁੰਦਾ है। अर्ध चक्कर ਦਾ ਕੋਣ ਸਮਕੋਣ ਹੁੰਦਾ है। ਤਾਂ ਐਂਗਲ ACB ਆ ਗਿਆ 90 ਡਿਗਰੀ। ਇਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ AE ਇੱਕ ਸਿੱਧੀ ਰੇਖਾ ਹੈ। AE ਕੀ ਹੈ? ਇੱਕ ਸਿੱਧੀ ਰੇਖਾ ਹੈ ਔਰ BC ਇੱਕ ਕਾਟਵੀਂ ਰੇਖਾ ਹੈ। ਤਾਂ ਜੇਕਰ ਮੈਂ ਗੱਲ ਕਰਾਂ ਇੱਕ ਸਿੱਧੀ ਰੇਖਾ ਤੇ ਇੱਕ ਐਂਗਲ ਇਹ ਔਰ ਦੂਜਾ ਐਂਗਲ ਇਹ ਵਾਲਾ, ਦੋਨਾਂ ਦਾ ਜੋੜ ਕਿੰਨਾ ਹੋਏਗਾ? 180 ਡਿਗਰੀ ਹੋਏਗਾ ਕਿਉਂਕਿ ਇਹ ਕੀ ਹੈ? ਰੇਖੀ ਜੋੜਾ ਬਣ ਗਿਆ। ਤਾਂ ਮੈਂ ਕਹਿ ਸਕਦਾ ਐਂਗਲ ECB मैं लिख सकता, पर एंगल ACB प्लस एंगल ECB ये दोनों का जोड़ किसके बराबर है? 180 डिग्री के बराबर है। क्यों? क्योंकि यह एक रेखी जोड़ा है। एक रेखी जोड़ा है जिवें कि ਆਪਾਂ ਇਹ ਕਹਿ ਸਕਦੇ ਹਾਂ ਕਿ ਆ ਇੱਕ ਲਾਈਨ ਜਾ ਰਹੀ ਹੈ, ਇਹ ਇੱਕ ਰੇਖਾ ਆ ਗਈ, ਆ ਐਂਗਲ ਅਸੀਂ 90 ਫਾਈਂਡ ਕਰ ਲਿਆ, ਤਾਂ ਦੂਜਾ ਐਂਗਲ ਕਿੰਨਾ ਹੋਏਗਾ? ਇਹ ਵੀ 90 ਹੋਏਗਾ ਕਿਉਂਕਿ ਦੋਨਾਂ ਦਾ ਜੋੜ 180 ਡਿਗਰੀ ਦੇ ਬਰਾਬਰ ਹੈ। ਤਾਂ ਐਂਗਲ ACB plus ECB ਜਾਂ ACB plus BCE ਤੁਸੀਂ ਜਿਵੇਂ ਮਰਜ਼ੀ ਕਹਿ ਸਕਦੇ ਹੋ, ਦੋਨਾਂ ਦਾ ਜੋੜ ਬਰਾਬਰ ਹੈ 180। ACB ਸਾਡੇ ਕੋਲ ਆਇਆ ਹੈ 90 ਡਿਗਰੀ, ECB ਅਸੀਂ फाइंड करना है। तो एंगल ECB कितना आ गया? 180 चो मैं 90 घटा दूंगा तो कितना आ जाएगा? 90 डिग्री।
एंगल ECB बराबर आ गया 90 डिग्री ECB। तो एक ਅਸੀਂ फाइंड करते एंगल CBD 30 डिग्री। ਹੁਣ ਜੇਕਰ मैं इस त्रिभुज ਨੂੰ ਲਵਾਂ एंगल त्रिभुज ECB ਵਿੱਚ, ਹੁਣ ਆਪਾਂ ਲਿਖਾਂਗੇ त्रिभुज ECB ਵਿੱਚ, जेकर मैं इसको डार्क कर देना, एक आ लाइन है, एक आ लाइन है और एक ए वाली लाइन है। ਹੁਣ जेकर ਤੁਸੀਂ ਧਿਆਨ ਨਾਲ ਦੇਖੋ ਇਸ त्रिभुज ਦੇ ਵਿੱਚ ਇੱਕ ਐਂਗਲ ਅਸੀਂ ਫਾਈਂਡ ਕੀਤਾ ਸੀ 30 डिग्री 30 डिग्री, ਆ ਐਂਗਲ ਅਸੀਂ ਫਾਈਂਡ ਕਰ ਲਿਆ 90 डिग्री। ਤਾਂ ਇੱਕ ਐਂਗਲ ਰਹਿ ਗਿਆ ਫਾਈਂਡ ਕਰਨਾ, ਉਹ ਕਿਹੜਾ ਹੈ CEB। ਅਸੀਂ ਕੀ ਫਾਈਂਡ ਕਰਨਾ ਹੈ CEB। ਤਾਂ ਇਹਨਾਂ ਦੋਨਾਂ ਦਾ ਜੋੜ, ਦੋਨਾਂ ਨੂੰ ਮੈਂ 180 ਚੋਂ ਘਟਾ ਦਵਾਂ ਤਾਂ ਆਹ ਵਾਲਾ ਐਂਗਲ ਆ ਜਾਏਗਾ, ਕਿਉਂਕਿ ਤਿੰਨਾਂ ਦਾ ਜੋੜ ਕਿੰਨਾ ਹੁੰਦਾ ਹੈ 180 डिग्री। ਤਾਂ मैं लिख सकदा एंगल, सब तो पहला एंगल लिखूंगा ECB, त्रिभुज ECB विच एंगल ECB प्लस एंगल CBE। देखो ਅਸੀਂ फाइंड किया सी एंगल CBD फाइंड किया सी, पर D ਨੂੰ ਅਸੀਂ एक्सटेंड करके ऊपर तक ले जा सकते हैं। तो इसमें मैं एंगल CBE भी लिख सकता, CBD ਨੂੰ CBE लिखा जा सकता है। तो मैं लिखता एंगल CBE, ये दोनों का जोड़ और तीसरा एंगल आप ऐड कर लीए, वो है अपने को एंगल CEB प्लस एंगल CEB, तिना का जोड़ बराबर होएगा 180 डिग्री दे। क्योंकि कारण की है, ये पीछे कारण है त्रिभुज विच तीन कोणा का जोड़ किहदे बराबर हुंदा है 180 डिग्री दे बराबर हुंदा है। तो हुण मैं इन्हां तिन्नां दी वैल्यूज पुट करूंगा। एंगल ECB कितना कढिया सी असीं 90 डिग्री, एंगल CBD या CBE ये कितना सीगा 30 डिग्री, प्लस एंगल CEB ये असीं फाइंड करना है। तिन्नां दा जोड़ 180 डिग्री दे बराबर है। तो इस तो बाद मैं इसको ऊपर ले जाना, नब्बे प्लस 30 120 डिग्री प्लस एंगल CEB बराबर है 180 डिग्री। सो एंगल CEB आ गया 180 चो मैं 120 घटाऊंगा तो ये आएगा 180 डिग्री माइनस 120 डिग्री, ये कितना आ गया 60 डिग्री। तो एंगल CEB कितना आ गया 60 डिग्री। पर असी की प्रूव करना है, असी प्रूव करना है एंगल AEB। हुण ध्यान नाल देखो CEB नू AEB लिखा जा सकता है, क्योंकि लाइन तो वही है पिछों आ रही है। तो जेकर CEB 60 है तो मैं इसनू AEB भी लिख सकता, वो भी कितना हो जाएगा 60 डिग्री। तो आप लिख सकते, देयरफॉर एंगल AEB इज इक्वल टू 60 डिग्री। सो आई थिंक तुहानू यह क्वेश्चन क्लीयर हो गया होएगा। असी सिर्फ इहदे विच यह चीज प्रूव करनी सी, एंगल AEB बराबर है 60 डिग्री, वो चीज असी प्रूव करते हैं। सो बेटा इस तो बाद असी करांगे एग्जाम्पल नंबर 4। एग्जाम्पल नंबर 4 पहला मैं स्टेटमेंट लिखता कि दिता होया सानू, चित्र विच ABCD एक चक्री चतुर्भुज है, चित्र विच ABCD एक चक्री चतुर्भुज है जिस विच AC ਅਤੇ BD विकर्ण ਹਨ, जिस विच AC ਅਤੇ BD विकर्ण ਹਨ। विकर्ण मतलब डायगोनल्स। पहला मैं इत्थे फिगर ड्रॉ कर देना, ये साडे कोल एक सर्कल दिता होया और इस दे विच एक चतुर्भुज बनया हुआ है AB, कुछ इस टाइप का ABCD। ABCD एक चक्री चतुर्भुज है जिस विच AC ਅਤੇ BD विकर्ण ਹਨ। A ਨੂੰ जेकर मैं
C ਨਾਲ ਮਿਲਾ ਦੇਣਾ ਤਾਂ ਇਹ ਕੀ ਬਣਦਾ, ਇੱਕ ਵਿਕਰਨ ਬਣ ਜਾਂਦਾ ਐਂਡ ਐਵੇਂ ਹੀ B ਨੂੰ ਮੈਂ D ਨਾਲ ਮਿਲਾ ਦੇਣਾ, ਇਹ ਵੀ ਇੱਕ ਵਿਕਰਨ ਬਣ ਜਾਂਦਾ ਹੈ। ਜੇਕਰ ਐਂਗਲ DBC ਬਰਾਬਰ ਹੈ 55 ਡਿਗਰੀ, ਜੇਕਰ ਐਂਗਲ DBC ਬਰਾਬਰ ਹੈ 55 ਡਿਗਰੀ, ਐਂਗਲ DBC ਆਹ ਵਾਲਾ ਸਾਨੂੰ ਐਂਗਲ ਦਿੱਤਾ ਹੋਇਆ ਕਿੰਨਾ 55 ਡਿਗਰੀ, ਅਤੇ ਐਂਗਲ BAC ਬਰਾਬਰ ਹੈ 45 ਡਿਗਰੀ, ਅਤੇ ਐਂਗਲ BAC ਬਰਾਬਰ ਹੈ 45 ਡਿਗਰੀ, BAC ਇਹ ਵਾਲਾ ਐਂਗਲ ਦਿੱਤਾ ਹੋਇਆ ਸਾਨੂੰ 45 ਡਿਗਰੀ। ਤਾਂ ਪਤਾ ਕੀ ਕਰਨਾ ਹੈ, ਐਂਗਲ BCD ਪਤਾ ਕਰੋ, ਐਂਗਲ BCD ਅਸੀਂ ਪਤਾ ਕਰਨਾ ਹੈ, ਐਂਗਲ BCD ਪਤਾ ਕਰੋ। ਦਿਸ ਇਹ ਪੂਰਾ ਐਂਗਲ, ਕੰਪਲੀਟ ਐਂਗਲ BCD। और इसको जेकर मैं सोल्व करदा, ये बड़ा सिंपल क्वेश्चन है, ਤੁਹਾਨੂੰ ਨਜ਼ਰ ਆਏਗਾ ਕਿ ਇਹ ਇੱਕ ਚੱਕਰੀ ਚਤੁਰਭੁਜ ਹੈ ਔਰ ਚੱਕਰੀ ਚਤੁਰਭੁਜ ਦੀ ਕੁਆਲਿਟੀ ਕੀ ਹੁੰਦੀ ਹੈ, ਇਸ ਦੇ ਵਿੱਚ ਜਿਹੜੇ ਸਨਮੁਖ ਕੋਣ ਹੁੰਦੇ ਨੇ, ਇੱਕ ਆਹ ਵਾਲਾ ਐਂਗਲ ਔਰ ਇੱਕ ਇਹ ਵਾਲਾ ਐਂਗਲ, ਦੋਨਾਂ ਦਾ ਜੋੜ ਜੋ ਹੈ 180 ਦੇ ਬਰਾਬਰ ਹੁੰਦਾ ਹੈ। ਆਪਾਂ ਕੀਤਾ ਨਾ ਕਿ ਚੱਕਰੀ ਚਤੁਰਭੁਜ ਦੇ ਵਿੱਚ ਜਿਹੜੇ ਆਪੋਜ਼ਿਟ ਐਂਗਲਸ ਹੁੰਦੇ ਆ ਉਹਨਾਂ ਦਾ ਜਿਹੜਾ ਜੋੜ ਹੁੰਦਾ ਹੈ ਉਹ 180 ਦੇ ਬਰਾਬਰ ਹੁੰਦਾ ਹੈ। ਹੁਣ ਜੇਕਰ ਅਸੀਂ ਇਹ ਵਾਲਾ ਐਂਗਲ ਪਤਾ ਕਰਨਾ ਹੈ ਤਾਂ ਸਾਨੂੰ ਜੇ ਆਹ ਵਾਲਾ ਐਂਗਲ ਪੂਰਾ ਪਤਾ ਲੱਗ ਜਾਵੇ ਤਾਂ 180 ਚੋਂ ਮੈਂ ਇਹਨੂੰ ਘਟਾ ਦੂੰਗਾ ਤਾਂ ਮੈਨੂੰ ਆਹ ਐਂਗਲ ਪਤਾ ਲੱਗ ਜਾਏਗਾ। ਰੀਜ਼ਨ ਕੀ ਹੈ, ਦੋਨਾਂ ਦਾ ਜੋੜ 180 ਹੁੰਦਾ ਹੈ। ਜੇਕਰ ਮੰਨ ਲਓ ਆਹ 100 ਆ ਜਾਂਦਾ ਹੈ ਤਾਂ ਆਹ ਕਿੰਨਾ ਆ ਜਾਏਗਾ 80 ਆ ਜਾਏਗਾ। 180 ਚੋਂ ਮੈਂ 100 ਘਟਾ ਦੂੰਗਾ, ਇਹਦਾ ਆਨਸਰ ਕੀ ਆ ਜਾਏਗਾ 80। ਹੁਣ ਇਸ ਨੂੰ ਸੋਲਵ ਕਿਵੇਂ ਕਰਨਾ ਹੈ, ਸਿੰਪਲ ਅਗਰ ਧਿਆਨ ਨਾਲ ਦੇਖੀਏ, DC ਇੱਕ ਚਾਪ ਹੈ, DC ਇਜ਼ ਐਨ ਆਰਕ, ਜਿਹੜੀ ਕਿ ਇੱਕ ਬਣਾ ਰਹੀ ਹੈ ਐਂਗਲ DBC, ਇਸ ਚੱਕਰੀ ਖੰਡ ਦੇ ਵਿੱਚ ਐਂਗਲ DBC ਬਣਾ ਰਹੀ ਹੈ ਔਰ ਇੱਕ ਬਣਾ ਰਹੀ ਹੈ ਐਂਗਲ DAC, ਇਹ ਦੋ ਚੀਜ਼ਾਂ ਬਣਾ ਰਹੀ ਹੈ। ਆਪਾਂ ਨੂੰ ਕੀ ਪਤਾ ਹੈ, ਐਂਗਲ DBC ਬਰਾਬਰ ਹੈ 55 ਡਿਗਰੀ, ਤਾਂ ਆਪਾਂ ਲਿਖ ਸਕਦੇ ਹਾਂ therefore ਐਂਗਲ DAC ਇਹ ਵੀ ਕਿੰਨਾ ਹੋ ਜਾਏਗਾ 55 ਡਿਗਰੀ। ਕਿਉਂ, ਕਾਰਨ ਕੀ ਹੈ, DC ਚਾਪ ਦੁਆਰਾ, DC ਚਾਪ ਦੁਆਰਾ ਇੱਕ ਹੀ ਚੱਕਰੀ ਖੰਡ ਚ ਬਣਾਏ ਕੋਣ, ਆ ਵੀ ਇਸੇ ਚੱਕਰੀ ਖੰਡ ਚ ਹੈ, ਇਹ ਵੀ ਇਸ ਚੱਕਰ ਖੰਡ ਚ ਹੈ, ਇੱਕ ਹੀ ਚੱਕਰ ਖੰਡ ਚ ਬਣਾਏ ਕੋਣ, ਔਰ ਆਪਾਂ ਨੂੰ ਪਤਾ ਹੈ ਇੱਕ ਹੀ ਚੱਕਰ ਖੰਡ ਚ ਬਣਾਏ ਕੋਣ ਕੀ ਹੁੰਦੇ ਹਨ, ਬਰਾਬਰ ਹੁੰਦੇ ਹਨ। ਤਾਂ ਆਪਾਂ ਕਹਾਂਗੇ DC ਇੱਕ ਚਾਪ ਹੈ ਜਿਸਨੇ ਇੱਕੋ ਹੀ ਚੱਕਰ ਖੰਡ ਚ ਦੋ ਕੋਣ ਬਣਾਏ ਆ, ਦੋਨੋਂ ਆਪਸ ਚ ਕੀ ਹੁੰਦੇ ਆ, ਬਰਾਬਰ ਹੁੰਦੇ ਹਨ। ਤਾਂ ਐਂਗਲ DAC ਤੇ DBC ਬਰਾਬਰ ਹੈ 55 ਡਿਗਰੀ। ਇਹ 55 ਸੀ ਤਾਂ ਆ ਵੀ ਕਿੰਨਾ ਬਣ ਗਿਆ 55 ਡਿਗਰੀ ਬਣ ਗਿਆ। ਤੇ ਜੇਕਰ ਐਂਗਲ DAC 55 ਡਿਗਰੀ ਹੈ, ਹੁਣ ਆਪਾਂ ਨੂੰ ਆ ਪੂਰਾ ਐਂਗਲ ਨਜ਼ਰ ਆ ਰਿਹਾ, ਇਹ ਕਿੰਨਾ ਬਣਿਆ ਪੂਰਾ ਐਂਗਲ 45 + 55 100 ਡਿਗਰੀ, ਔਰ ਇਹਦਾ ਜੋੜ ਪਲੱਸ ਇਹਦਾ ਜੋੜ 180 ਡਿਗਰੀ ਹੈ। 180 ਚੋਂ ਮੈਂ ਜੇ ਇਹ ਵਾਲਾ 100 ਘਟਾ ਦਾਂ ਤਾਂ 80 ਕਿਹਦਾ ਆ ਜਾਏਗਾ, ਇਹਦਾ ਆਨਸਰ ਸਾਡੇ ਕੋਲ ਐਂਗਲ BCD ਆ ਜਾਏਗਾ, ਉਹੀ ਸਾਨੂੰ ਪੁੱਛਿਆ ਗਿਆ ਹੈ। ਇਸ ਨੂੰ ਲਿਖਣਾ ਕਿਵੇਂ ਹੈ, ਆਪਾਂ ਲਿਖਾਂਗੇ ਹੁਣ ABCD ਇੱਕ ਚੱਕਰੀ ਚਤੁਰਭੁਜ ਹੈ, therefore ਉਹਦੇ ਵਿੱਚ ਕੀ ਹੈ, ਐਂਗਲ DAB ਪਲੱਸ ਐਂਗਲ BCD ਦੋਨਾਂ ਦਾ ਜੋੜ ਕੀ ਹੈ 180 ਡਿਗਰੀ ਦੇ ਬਰਾਬਰ ਹੈ। ਪਰ DAB ਨੂੰ ਮੈਂ ਕੀ ਲਿਖ ਸਕਦਾ, DAC ਪਲੱਸ BAC, ਤਾਂ ਮੈਂ ਕੀ ਲਿਖ ਸਕਦਾ, DAC ਪਲੱਸ BAC। ਐਂਗਲ DAB ਨੂੰ ਪੂਰੇ ਨੂੰ ਲਿਖਿਆ ਜਾ ਸਕਦਾ ਹੈ ਇਹ ਵਾਲਾ ਪਲੱਸ ਇਹ ਵਾਲਾ, ਤੇ BCD ਦੀ ਥਾਂ ਤੇ ਮੈਂ ਕੀ ਕਰੂੰਗਾ, ਕੱਲਾ BCD ਹੀ ਰੱਖੂੰਗਾ, ਬਰਾਬਰ ਹੈ 180 ਡਿਗਰੀ। ਮੈਂ ਕੁਝ ਨਹੀਂ ਕੀਤਾ ਇਸ ਸਟੈਪ ਦੇ ਵਿੱਚ, ਆ ਦੋਨਾਂ ਨੂੰ ਜੋੜ ਕੇ 180 ਆਂਦਾ ਸੀ। DAB ਨੂੰ ਮੈਂ ਦੋਨੋਂ ਅਲੱਗ-ਅਲੱਗ ਕੋਣ ਦੀ ਫਾਰਮ ਚ ਲਿਖਤਾ। ਕੀ ਲਿਖਤਾ, DAB ਬਰਾਬਰ ਹੈ DAC ਪਲੱਸ CAB। ਤਾਂ DAC ਕਿੰਨਾ ਹੈ ਆਪਣੇ ਕੋਲੇ 55 ਡਿਗਰੀ, CAB ਜਾਂ BAC ਆ ਵਾਲਾ ਐਂਗਲ ਇਹ ਆ ਗਿਆ 45 ਡਿਗਰੀ, ਪਲੱਸ ਐਂਗਲ BCD ਤਿੰਨਾਂ ਦਾ ਜੋੜ ਹੈ 180 ਡਿਗਰੀ।
तो 55 प्लस 45 100 डिग्री प्लस एंगल BCD बराबर है 180 डिग्री। तो एंगल BCD बराबर है 180 डिग्री चो मैं उधर जाके 100 माइनस कर दूंगा। 180 चो 100 घटाया, ये साडे कोले आ गया 80 डिग्री। तो एंगल BCD जेड़ा सानू कुछ क्या गया सी लंबन नहीं, एंगल BCD ये साडे कोले इसका आंसर क्या आ गया 80 डिग्री। आई थिंक ये क्वेश्चन तुहानू क्लियर हो गया होना है। इस तो नेक्स्ट असी करते हैं एग्जाम्पल नंबर 5। एग्जाम्पल नंबर 5 भी बड़ी सिंपल एग्जाम्पल है। दो चक्कर दो बिंदुआं ए ਅਤੇ B ਤੇ ਕੱਟਦੇ ਹਨ। एग्जाम्पल नंबर 5 की कहते, दो चक्कर दो बिंदुआं A ਅਤੇ B ਤੇ ਕੱਟਦੇ ਹਨ। दो बिंदुआं A ਅਤੇ B ਤੇ ਕੱਟਦੇ ਹਨ। AD ਅਤੇ AC ਦੋਨੇ ਚੱਕਰਾਂ ਦੇ ਵਿਆਸ ਹਨ। ਹੁਣ ਆਪਾਂ ਨੂੰ ਦੋਨੇ ਚੱਕਰਾਂ ਦੇ ਵਿਆਸ AD ਅਤੇ AC ਦੋਨੇ ਚੱਕਰਾਂ ਦੇ ਵਿਆਸ ਹਨ। सिद्ध करो B रेखाखंड DC उत्ते स्थित है। सिद्ध करो कि जेड़ा पॉइंट B है, बिंदु B रेखाखंड DC ऊपर स्थित है। तो सानू की दिता है, दो चक्कर दो बिंदुआं A ਅਤੇ B ते कटदे हन। जेकर मैं गल करा तो एक चक्कर मैं इस तरह बना लेना और दूसरा चक्कर मैं इस तरह बना लेना। तो ये दो बिंदुआं ते कटदे ने, एक बिंदु है A और एक बिंदु है B। AD ਅਤੇ AC ਦੋਨੇ ਚੱਕਰਾਂ ਦੇ ਵਿਆਸ ਹਨ। ਹੁਣ ਜੇਕਰ ਆ ਪੁਆਇੰਟ ਹੈ A और आ पॉइंट है D, आ है साडा केंद्र, तो AD बेसिकली आ इथों से सेंटर चों पासे है AD ਅਤੇ AC ये दोनों चक्करां दे की ने व्यास हैं। AD किहदा व्यास है इस चक्कर दा और AC किहदा व्यास है इस चक्कर दा। सिद्ध करो B रेखाखंड DC ऊपर स्थित है। जेड़ी आह DC लाइन है, DC लाइन दे ऊपर B पॉइंट आंदा है। असी ये सिद्ध करना है कि जेड़ा B पॉइंट है वो DC रेखा दे ऊपर आंदा है। तो इसको किवें सिद्ध करांगे, असी लिखते हैं A ਅਤੇ B ਨੂੰ मिलाओ। A ਅਤੇ B ਨੂੰ मिलाओ। सॉल्यूशन च असी लिखते हैं A ਅਤੇ B ਨੂੰ मिलाओ। हुण जेकर आपां ध्यान दईए इस चक्कर दे विच, इस चक्कर च AD की है व्यास है और ये व्यास अर्ध चक्कर दे विच एंगल ABD बना रहा है। ABD आ पूरे चक्कर नूं जेकर मैं ध्यान नाल देखा तो आह इसदा व्यास है सपोज दिता होया, ते आ एंगल ये अर्ध चक्कर च बना रहे हैं इस तरीके का एंगल ABD। तो A ਅਤੇ B ਨੂੰ ਮਿਲਾਉਣ ਤੋਂ ਬਾਅਦ ਆਪਾਂ ਲਿਖਾਂਗੇ AD व्यास अर्ध चक्कर विच एंगल ABD बनाता है। अर्ध चक्कर विच इसको मैं लिख सकता, अर्ध चक्कर विच एंगल ABD बनाउंदा है। तो देयरफॉर आप लिख सकते हैं एंगल ABD ये कितने डिग्री का होएगा 90 डिग्री का। क्योंकि कारण की है, मैं तुहानू सैकंड चीज करवाई है कि एक अर्ध चक्कर का जिहड़ा कोण हुंदा है, अर्ध चक्कर का कोण हमेशा समकोण हुंदा है। रीजन की है, अर्ध चक्कर दा कोण समकोण हुंदा है। अपने कोले ए वाला जिहड़ा एंगल आ गया, एंगल ABD ये आ गया 90 डिग्री। इसी तरह AC एक व्यास है जो इस अर्ध सेकंड चक्कर जिहड़ा है इस दे अर्ध चक्कर दे विच एंगल ABC बनाता है। की बनाता है AC व्यास एंगल ABC इस चक्कर च बनाता है। तो मैं इसको लिख सकदा AC व्यास अर्ध चक्कर
विच एंगल ए बी सी बनाउंदा है और देयरफॉर एंगल ए बी सी भी कितना होएगा 90 डिग्री। रीजन की है वही रीजन सेम अर्ध चक्कर दा कोण समकोण हुंदा है। हुण आपां नूं ए वाला एंगल भी 90 पता लग गया, ए वाला एंगल भी 90 पता लग गया। तो जेकर मैं एंगल ABD ਅਤੇ ABC ਨੂੰ ਜੋੜ ਦਵਾਂ, एंगल ABD ਤੇ ABC ਨੂੰ ਜੋੜਨ ਤੇ ਆਪਾਂ ਲਿਖਾਂਗੇ एंगल ABD प्लस एंगल ABC, दोनों ਨੂੰ मैं जोड़दा ਤਾਂ 90 डिग्री प्लस 90 डिग्री, ਇਹ ਕਿੰਨਾ ਆ ਗਿਆ 180 डिग्री। इट मींस एंगल आ वाला एंगल जुड़िया ਤੇ आ वाला एंगल जुड़िया, टोटल एंगल कितना बन गया 180 डिग्री। और ਆਪਾਂ ਨੂੰ पता है कि 180 डिग्री एंगल हमेशा एक स्ट्रेट लाइन ते ही हुंदा है। तो इट मींस DC की है एक सीधी रेखा है, देयरफॉर DC एक सीधी रेखा है। ਤੇ ਜੇਕਰ ਸਿੱਧੀ ਰੇਖਾ ਹੈ ਉੱਤੇ B ਐਂਗਲ ਦੋਨੋਂ ਪਾਸੇ ਆ ਰਿਹਾ ਹੈ ਤਾਂ ਅਸੀਂ ਕਹਿ ਸਕਦੇ ਹਾਂ B ਰੇਖਾਖੰਡ DC ਉੱਪਰ ਸਥਿਤ ਹੈ। ਤਾਂ B ਬਿੰਦੂ ਰੇਖਾਖੰਡ DC ਉੱਪਰ ਸਥਿਤ ਹੈ ਔਰ ਇਹੀ ਅਸੀਂ ਸਿੱਧ ਕਰਨਾ ਸੀ।